सरदार हरजिंदर सिंह पाववाल सरदार सुरिंदर सिंह रोड़े माजरा जी बोले बोले सो निहाल चौधरी चमन लाल ਮੂਰੇ ਨਹੀਂ ਆਣਾ ਤੁਸੀਂ ਨਹੀਂ ਬੈਠਾਂ ਦੀ ਵਿੱਚ बोले सो निहाल सत श्री अकाल सुखबीर सिंह तंबड़ रोपड़ आ गया चौधरी भजन लाल कांगड़ बोले सो निहाल सतपाल सिंह नंबरदार अकबरपुर ਕੱਲ੍ਹ ਵੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਿਹੜੀ ਇੱਕ ਬਹੁਤ ਵੱਡੀ ਸਾਜ਼ਿਸ਼ ਅਰਵਿੰਦ ਕੇਜਰੀਵਾਲ ਨੇ ਰਚੀ ਸੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਕ੍ਰਾਈਸਿਸ ਬਿਜਲੀ ਦੀ ਚੱਲ ਰਹੀ ਹੈ। ਆ ਥੋੜ੍ਹਾ ਜਿਹਾ ਫਰਕ ਕੱਲ੍ਹ ਦੀ ਬਾਰਿਸ਼ ਤੋਂ ਬਾਅਦ ਪਿਆ, ਨਹੀਂ ਤਾਂ ਸਾਰੀ ਇੰਡਸਟਰੀ ਪੰਜਾਬ ਦੀ ਬੰਦ ਪਈ ਸੀ, ਵੱਡੀ ਇੰਡਸਟਰੀ, ਔਰ ਲੋਕੀ ਬੇਰੁਜ਼ਗਾਰ ਹੋਏ ਸੀ। ਘਰਾਂ ਵਿੱਚ ਬਿਜਲੀ ਨਹੀਂ ਸੀ, ਟਿਊਬਲਾਂ ਵਾਸਤੇ ਬਿਜਲੀ ਨਹੀਂ ਸੀ, ਦੁਕਾਨਾਂ ਵਾਸਤੇ ਬਿਜਲੀ ਨਹੀਂ ਸੀ। ਉੱਪਰੋਂ ਕੇਜਰੀਵਾਲ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾ ਦਿੱਤੀ ਕਿ ਜਿਹੜੇ 10 ਥਰਮਲ ਪਲਾਂਟ ਆ ਦਿੱਲੀ ਤੋਂ 300 ਕਿਲੋਮੀਟਰ ਦੀ ਦੂਰੀ ਦੇ ਵਿੱਚ, ਜਿਹਦੇ 'ਚ 4 ਥਰਮਲ ਪਲਾਂਟ ਸਾਡੇ ਇੱਥੇ ਰੋਪੜ ਦੇ, ਵੀ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਦੂਜੀ ਉਹਨਾਂ ਨੇ ਮੰਗ ਕੀਤੀ ਕਿ ਜਿਹੜਾ ਨੋਟੀਫਿਕੇਸ਼ਨ ਦੇਸ਼ ਦੀ ਐਨਵਾਇਰਨਮੈਂਟ ਮਿਨਿਸਟਰੀ ਨੇ ਕੀਤਾ ਸੀ, ਇਹਨਾਂ ਦੀ ਡੇਟ ਵਧਾਈ ਸੀ ਕਿ ਜਿੰਨੀ ਦੇਰ ਤੱਕ ਜਿਹੜਾ ਨਵਾਂ ਪੋਲਿਊਸ਼ਨ ਨੂੰ ਰੋਕਣ ਵਾਸਤੇ ਯੰਤਰ ਲਾਉਣੇ ਆ, ਉਹਦੀ ਮਿਆਦ ਦੇ ਵਿੱਚ ਵਾਧਾ ਕੀਤਾ ਸੀ, ਉਹ ਨੋਟੀਫਿਕੇਸ਼ਨ ਵੀ ਰੱਦ ਕੀਤਾ ਜਾਵੇ। ਕੱਲ੍ਹ ਭਗਵੰਤ ਮਾਨ ਜੀ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪਲਾਂਟਾਂ ਦੀ ਅਪਗ੍ਰੇਡੇਸ਼ਨ ਦੀ ਮੰਗ ਕੀਤੀ ਹੈ, ਅਤੇ ਮੈਂ ਕੱਲ੍ਹ ਵੀ ਉਹਨਾਂ ਨੂੰ ਉੱਥੇ ਪ੍ਰੈਸ ਕਾਨਫਰੰਸ 'ਚ ਪੜ੍ਹ ਕੇ ਸੁਣਾਇਆ ਸੀ। ਮੈਂ ਤੁਹਾਡੇ ਰਾਹੀਂ ਫੇਰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਵੀ ਵਾਰ-ਵਾਰ ਜਿਹੜੀ ਹੈ ਕੇਜਰੀਵਾਲ ਦੇ ਧੋਖੇ ਜਿਹੜੇ ਕੀਤੇ ਹੋਏ ਆ, ਉਹਦੇ ਨਾਲ ਤੁਹਾਡਾ ਖੜਨਾ ਜਿਹੜਾ ਇਹ ਗਲਤ ਸੰਕੇਤ ਪੰਜਾਬ ਨੂੰ ਦਿੰਦਾ। ਤੁਸੀਂ ਕਿਰਪਾ ਕਰਕੇ ਜਿਹੜੇ ਸਾਰੀ ਪਟੀਸ਼ਨ ਤੁਹਾਡੀ ਪਾਈ ਆ, ਉਹਨੂੰ ਧਿਆਨ ਦੇ ਨਾਲ ਪੜ੍ਹੋ ਜ਼ਰੂਰ। ਜੇ ਪੜ੍ਹੋਗੇ ਤਾਂ ਜਿਹੜੇ ਸਹੀ ਤੱਥ ਹੈ ਉਹ ਤੁਹਾਡੀ ਨਜ਼ਰ ਦੇ ਵਿੱਚ ਜਿਹੜੇ ਆਉਣਗੇ। ਮੈਂ ਫੇਰ ਅੱਜ ਰਿਪੀਟ ਕਰਦਾ, ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਇਹਦੀ ਫੋਟੋ ਖਿੱਚ ਕੇ ਭਗਵੰਤ ਮਾਨ ਜੀ ਨੂੰ ਭੇਜ ਦਿਓ। 28 ਨੰਬਰ ਪੁਆਇੰਟ ਜਿਹੜਾ ਪਟੀਸ਼ਨ ਦਾ, ਕਿਉਂਕਿ ਚਲੋ ਮਾੜੀ ਮੋਟੀ ਗੱਲ ਹੋਵੇ ਪਾਰਟੀ ਦੀ ਤੇ ਪਰਦਾ ਪਾਇਆ ਜਾ ਸਕਦਾ, ਪਰ ਇਹ ਜਿਹੜੇ ਥਰਮਲ ਪਲਾਂਟ ਬੰਦ ਕਰਨ ਦੀ ਅਪੀਲ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਕੀਤੀ ਹੈ ਸੁਪਰੀਮ ਕੋਰਟ ਦੇ ਵਿੱਚ, ਇਹਦਾ ਸੁਪਰੀਮ ਕੋਰਟ ਨੇ ਚੰਗਾ ਕੰਮ ਕੀਤਾ ਕਿ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ, ਇਹਨੂੰ ਹਾਸੋ ਹੀ ਨਹੀਂ ਕਹਿ ਕੇ ਜਿਹੜਾ ਉੱਥੇ ਬੰਦ ਕਰ ਦਿੱਤਾ। ਪਰ ਕੇਜਰੀਵਾਲ ਵੱਲੋਂ ਜਿਹੜੀ ਹੈਗੀ ਹੈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਗਈ। ਦੂਜੀ ਗੱਲ ਹੈ ਕਿ ਕਹਿੰਦੇ ਸੀ ਕਿ ਪੰਜਾਬ ਦੇ ਪਾਵਰ ਪਲਾਂਟ ਨਹੀਂ ਹੈ। ਆਹ ਜਿਹੜੀ ਲਿਸਟ ਲੱਗੀ ਹੈ ਨਾਲ ਪਟੀਸ਼ਨ ਦੇ, ਇਹਦੇ ਵਿੱਚ 2 ਨੰਬਰ 'ਤੇ ਆ ਲਹਿਰਾ ਮੁਹੱਬਤ, 2 ਨੰਬਰ 'ਤੇ ਲਹਿਰਾ ਮੁਹੱਬਤ ਤੋਂ ਬਾਅਦ 5 ਨੰਬਰ 'ਤੇ ਆ ਰਾਜਪੁਰੇ ਦਾ ਥਰਮਲ ਪਲਾਂਟ, ਆ ਤੁਹਾਡੇ ਸਾਹਮਣੇ, ਅਤੇ 8 ਨੰਬਰ 'ਤੇ ਆ ਸਾਡਾ ਰੋਪੜ ਦਾ ਪਲਾਂਟ ਗੁਰੂ ਗੋਬਿੰਦ ਸਿੰਘ ਥਰਮਲ ਪਾਵਰ ਪਲਾਂਟ, ਔਰ 9 ਨੰਬਰ 'ਤੇ ਆ ਤਲਵੰਡੀ ਸਾਬੋ ਦਾ। ਲਹਿਰੇ ਦਾ ਵੀ ਸਰਕਾਰੀ ਆ ਅਤੇ ਰੋਪੜ ਦਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਵੀ ਸਰਕਾਰੀ। ਮੈਂ ਜਿਹੜੇ ਰੋਪੜ ਦੇ ਸਾਡੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਕੰਧਾਂ ਖਰਾਬ ਕਰ ਦਿੱਤੀਆਂ ਲਿਖ ਕੇ, ਸਾਰੇ ਹਲਕੇ ਦੇ ਵਿੱਚ ਜਿੰਨੇ ਇਹਨਾਂ ਦੇ ਕੈਂਡੀਡੇਟ ਅਤੇ ਇਹਨਾਂ ਦੇ MLA ਜਿਹੜੇ ਕਾਂਗਰਸ ਯਾਤਰਾ ਕਰਕੇ ਵਾਪਸ ਆਏ ਆ, ਸਾਰਿਆਂ ਨੂੰ ਪੁੱਛਦਾ ਵੀ ਕੰਧਾਂ ਤੁਸੀਂ ਲੋਕਾਂ ਦੀਆਂ ਕਾਲੀਆਂ ਕਰ ਦਿੱਤੀਆਂ, ਅਤੇ ਕੀ ਜਵਾਬ ਦਿਓਗੇ ਵੀ ਰੋਪੜ ਦਾ ਥਰਮਲ ਪਲਾਂਟ ਬੰਦ ਕਰਨ ਵਾਸਤੇ ਜਿਹੜੀ ਕੇਜਰੀਵਾਲ ਨੇ ਪਟੀਸ਼ਨ ਪਾਈ ਹੈ, ਜੇ ਉਹ ਚਾਹੁੰਦੇ ਆ ਤਾਂ ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਪਟੀਸ਼ਨ ਦੀ ਕਾਪੀ ਦੇ ਆਉਣਾ, ਕੀ ਉਹ ਆਪਣੀਆਂ ਕੰਧਾਂ ਦੇ ਉੱਤੋਂ ਕੇਜਰੀਵਾਲ ਦਾ ਨਾਮ ਮਿਟਾਉਣ ਦੀ ਹਿੰਮਤ ਕਰਨਗੇ ਕਿ ਉਹਨੇ ਸਾਡੇ ਇਲਾਕੇ ਨਾਲ ਗਦਾਰੀ ਕੀਤੀ ਹੈ? ਸਾਡੇ ਲੋਕਾਂ ਦੀ ਮੰਗ ਸੀ ਇੱਥੇ ਕਿ ਥਰਮਲ ਪਲਾਂਟ ਚੱਲੇ, ਮੁਲਾਜ਼ਮਾਂ ਦੀ ਵੀ ਮੰਗ ਆ, ਲੋਕਾਂ ਦੀ ਵੀ ਮੰਗ ਆ।
ਤੇ ਅਰਵਿੰਦ ਕੇਜਰੀਵਾਲ ਰੋਪੜ ਦਾ ਥਰਮਲ ਪਲਾਂਟ ਬੰਦ ਕਰਨ ਵਾਸਤੇ ਪਟੀਸ਼ਨ ਸੁਪਰੀਮ ਕੋਰਟ 'ਚ ਪਾ ਰਿਹਾ। ਆ ਮੈਂ ਤੁਹਾਡੇ ਡਾਕੂਮੈਂਟ ਸਾਹਮਣੇ ਰੱਖ ਦਿੱਤੇ। ਆ ਜਿਹੜੇ ਸਾਡੇ ਵੀਰ ਕੰਧਾਂ ਕਾਲੀਆਂ ਕਰੀ ਜਾਂਦੇ ਆ, ਜਿਨ੍ਹਾਂ ਨੂੰ ਕਹਿੰਦੇ ਕਿ ਟਿਕਟ ਦਿਆਂਗੇ, 10 ਨੂੰ ਕਹਿਤਾ ਟਿਕਟ ਦਿਆਂਗੇ, ਤੇ ਉਹ ਵਿਚਾਰਿਆਂ ਨੂੰ ਸਾਰਿਆਂ ਦਾ ਖਰਚਾ ਕਰਾਈ ਜਾਂਦੇ। ਚਲੋ ਸਾਨੂੰ ਹਮਦਰਦੀ ਆ ਉਹਨਾਂ ਨਾਲ, ਪਰ ਕੀ ਉਹ ਹੁਣ ਉੱਤੇ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹਦੇ ਤੁਸੀਂ ਫੋਟੋ ਲਾ ਕੇ ਨਾਂ ਲਿਖ ਕੇ ਕਿ ਕੇਜਰੀਵਾਲ ਉਹ ਗਦਾਰੀ ਕਰ ਰਿਹਾ, ਖਾਸ ਤੌਰ 'ਤੇ ਤੁਹਾਡੇ ਰੋਪੜ ਵਿਧਾਨ ਸਭਾ ਹਲਕੇ ਨਾਲ। ਅੱਗੇ ਤੁਸੀਂ ਜਿਹੜੇ MLA ਬਣ ਕੇ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਰੋਪੜ ਹਲਕੇ ਦਾ ਕੀਤਾ, ਉਹ ਲੋਕਾਂ ਦੀ ਕਚਹਿਰੀ 'ਚ ਤੁਹਾਨੂੰ ਅਸੀਂ ਪੁੱਛਾਂਗੇ ਕਿ ਤੁਹਾਡੀ ਕਾਰਗੁਜ਼ਾਰੀ ਕੀ ਹੈ। MLA ਇੰਨੇ ਸਾਲ ਕਾਂਗਰਸ 'ਚ ਰਿਹਾ, ਤੁਸੀਂ ਉਹਦੇ ਖਿਲਾਫ ਕੀ ਐਕਸ਼ਨ ਲਿਆ, ਅਤੇ ਇਲਾਕੇ ਨਾਲ ਜੋ ਕੁਝ ਤੁਸੀਂ ਵਿਸ਼ਵਾਸਘਾਤ ਕੀਤਾ ਉਹਦਾ ਕੀ ਮੁੱਲ ਹੈ। ਪਰ ਆ ਜਿਹੜੇ ਨਵੇਂ ਕੈਂਡੀਡੇਟ ਬਣੇ ਆ, ਇਹ ਵੀ ਦੱਸਣ ਕਿ ਕੀ ਹੁਣ ਕੇਜਰੀਵਾਲ ਤੇ ਰੋਪੜ ਦੇ ਲੋਕੀ ਸਾਡੇ ਕਿਵੇਂ ਵਿਸ਼ਵਾਸ ਕਰਨ। ਅੱਜ ਮੈਂ ਰੋਪੜ ਦੀ ਗੱਲ ਕਰਦਾ ਕਿਉਂਕਿ ਕੱਲ੍ਹ ਮੈਂ ਚੰਡੀਗੜ੍ਹ ਸਾਰੇ ਪੰਜਾਬ ਦੀ ਗੱਲ ਕੀਤੀ ਸੀ। ਅੱਜ ਸਾਰੇ ਅਸੀਂ ਰੋਪੜ ਵਾਲੇ ਪੁੱਛਦੇ ਹਾਂ ਕਿ ਸਾਡਾ ਥਰਮਲ ਪਲਾਂਟ ਬੰਦ ਕਰਨ ਵਾਸਤੇ ਪਟੀਸ਼ਨ ਪਾਉਣ ਦੀ ਕੇਜਰੀਵਾਲ ਨੂੰ ਕੀ ਲੋੜ ਸੀ। ਸਰਕਾਰੀ ਥਰਮਲ ਪਲਾਂਟ। ਔਰ ਭਗਵੰਤ ਮਾਨ ਜੀ ਨੂੰ ਫਿਰ ਬੇਨਤੀ ਕਰਦਾ ਕਿ ਆਪਣੇ ਲਫ਼ਜ਼ ਜਿਹੜੇ ਕੱਲ੍ਹ ਤੁਸੀਂ ਲਏ ਆ ਉਹ ਸ਼ੋਭਾ ਨਹੀਂ ਦਿੰਦੇ, ਵਾਪਸ ਲਓ। ਵਾਰ-ਵਾਰ ਆਪਣੇ ਲੀਡਰ ਨੂੰ ਬਚਾਉਣ ਵਾਸਤੇ ਜਿਹੜਾ ਇੰਨਾ ਧੱਕਾ ਕਰਦਾ ਪਿਆ ਪੰਜਾਬ ਦੇ ਨਾਲ ਕਿ ਇਸ ਕ੍ਰਾਈਸਿਸ ਦੇ ਵਿੱਚ ਉਹ ਥਰਮਲ ਪਲਾਂਟ ਬੰਦ ਕਰਾਉਣਾ ਚਾਹੁੰਦਾ ਸੀ, ਤੇ ਫਿਰ ਤੁਸੀਂ ਕਹਿਣਾ ਜੀ ਹੁਣ ਦਿੱਲੀ ਮਾਡਲ ਦੇਖਿਓ, ਕੇਜਰੀਵਾਲ ਆਊਗਾ ਤੇ ਉਹ ਇੱਥੇ ਬਿਜਲੀ ਪੈਦਾ ਕਰੂਗੀ। ਪਹਿਲਾਂ ਸਮੱਸਿਆਵਾਂ ਪੈਦਾ ਕਰੋ ਤੇ ਫਿਰ ਲੋਕਾਂ ਨੂੰ ਲਾਰਾ ਲਾਓ। ਪਰ ਤੁਸੀਂ ਸਾਡੇ ਰੋਪੜ ਵਾਲਿਆਂ ਤੋਂ ਨਿਹਾਲ ਕਰ ਦਿੱਤਾ ਅੱਗੇ ਪਿਛਲੇ 5 ਸਾਲਾਂ 'ਚ। ਇਸ ਲਈ ਇਹਨਾਂ ਨੂੰ ਮੈਂ ਪੁੱਛਦਾ ਕਿ ਸਾਰੇ ਵੀਰ ਮੇਰੇ ਜਿੰਨੇ ਇੱਥੇ ਕੈਂਡੀਡੇਟ ਬਣੇ ਆ ਬਣਨ, ਸਾਡੀਆਂ ਸ਼ੁਭ ਇਛਾਵਾਂ, ਠੀਕ ਹੈ, ਪਰ ਆਹ ਜਿਹੜਾ ਇਸ ਗੱਲ ਦਾ ਜਵਾਬ ਜਿਹੜਾ ਇਹ ਇਲਾਕੇ ਨੂੰ ਜ਼ਰੂਰ ਦੇ। ਚੀਮਾ ਸਾਹਿਬ, ਸਵਾਲ ਬਿਜਲੀ ਦੇ ਨਾਲ ਜੁੜਿਆ ਤੇ ਕੱਲ੍ਹ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਏ ਜਿਹੜੇ ਫੰਡ ਆ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਕਾਂਗਰਸ ਨੇ ਲਏ ਆ ਇਲੈਕਸ਼ਨ ਲੜਨ ਦੇ ਲਈ, ਇਸੇ ਕਰਕੇ ਸਮਝੌਤੇ ਨਹੀਂ ਰੱਦ ਕੀਤੇ ਜਾ ਰਹੇ। ਕਿਵੇਂ ਦੇਖਦੇ ਇਸ ਬਿਆਨ ਨੂੰ? ਕੋ ਮੈਂ ਉਹਨਾਂ ਨੇ ਵੀ ਕੀਤੀ ਸੀ, ਨਾਲ ਹੀ ਥੋੜ੍ਹੇ ਫਰਕ ਤੇ ਮੈਂ ਵੀ ਕੀਤੀ ਸੀ। ਇਹ ਛਪਿਆ ਜਿਹੜਾ 16 ਕਰੋੜ 35 ਲੱਖ ਦਾ ਲੇਖਾ, ਜਿਹੜੇ ਚੈੱਕ ਜਿਹੜੇ ਸੀਗੇ ਉਹ ਕਾਂਗਰਸ ਪਾਰਟੀ ਦੇ ਖਾਤੇ 'ਚ ਜਾਈ ਜਾਂਦੇ ਸੀ, ਤੇ ਅੱਖਾਂ ਸਾਡੀਆਂ ਘੱਟਾ ਜਿਹੜਾ ਉਹ ਸਾਡੀਆਂ ਅੱਖਾਂ 'ਚ ਪਾਇਆ ਜਾ ਰਿਹਾ ਸੀ। ਚੈੱਕ ਕਾਂਗਰਸ ਦੇ ਖਾਤੇ ਜਾਈ ਜਾਂਦੇ, ਤੇ ਘੱਟਾ ਜਿਹੜਾ ਲੋਕਾਂ ਦੀਆਂ ਅੱਖਾਂ 'ਚ ਪਾਇਆ ਜਾ ਰਿਹਾ ਕਿ ਇਹ ਸਮਝੌਤੇ ਗਲਤ ਹੋਏ ਆ। ਸਾਡੀ ਸਰਕਾਰ ਆਈ ਤੇ ਸਮਝੌਤੇ ਰੱਦ ਕਰਦੇ, ਤੇ ਸਮਝੌਤੇ ਦਾ ਦਬਕਾ ਮਾਰ ਕੇ ਕੰਪਨੀਆਂ ਕੋਲੋਂ ਪੈਸੇ ਲਈ ਜਾਂਦੇ। 8 ਕਰੋੜ 25 ਲੱਖ ਰੁਪਈਆ L&T ਤੋਂ ਲੈ ਲਿਆ। 8 ਕਰੋੜ ਜਿਹੜਾ ਹੈਗਾ ਦੂਸਰਾ ਵਿਦਾਂਤਾ ਗਰੁੱਪ ਜਿਹੜਾ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਉਹਨਾਂ ਤੋਂ ਲੈ ਲਿਆ। 10 ਲੱਖ ਰੁਪਈਆ GVK ਗੋਇੰਦਵਾਲ ਸਾਹਿਬ ਤੋਂ ਲੈ ਲਿਆ। ਤੇ ਜੇ ਤੁਹਾਨੂੰ ਪਤਾ ਸੀ ਵੀ ਇਹ ਕੰਪਨੀਆਂ ਮਾੜੀਆਂ ਨੇ, ਤੇ ਫਿਰ ਤੁਸੀਂ ਇਹਨਾਂ ਕੰਪਨੀਆਂ ਤੋਂ ਪੈਸਾ ਕਿਉਂ ਲਿਆ? ਪੈਸਾ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਲੈਂਦੀਆਂ, ਮੈਂ ਕੱਲ੍ਹ ਵੀ ਕਲੀਅਰ ਕੀਤਾ ਸੀ। ਲੇਕਿਨ ਜਿਸ ਕੰਪਨੀ 'ਤੇ ਤੁਹਾਨੂੰ ਪਤਾ ਆ ਕਿ ਇਸ ਕੰਪਨੀ ਦਾ ਤੁਸੀਂ ਦੋਸ਼ ਲਾ ਰਹੇ ਹੋ ਕਿ ਇਹਨੇ ਕੋਈ ਗਲਤ ਕੰਮ ਕੀਤੇ ਆ, ਸਾਡੀ ਸਰਕਾਰ ਦੇ ਉੱਤੇ ਤੁਸੀਂ ਦੋਸ਼ ਲਾ ਰਹੇ, ਫਿਰ ਤੁਸੀਂ ਇਹਨਾਂ ਕੰਪਨੀਆਂ ਤੋਂ ਪੈਸੇ ਕਿਉਂ ਐਡਵਾਂਸ ਫੜਦੇ ਰਹੇ? ਲੋਕਾਂ ਨੂੰ ਤੁਸੀਂ ਅੱਜ ਤੱਕ ਕਹੀ ਜਾਂਦੇ ਹੋ, ਕਿਤੇ ਸਿੱਧੂ ਸਾਹਿਬ ਟਵੀਟ 'ਤੇ ਟਵੀਟ ਕਰੀ ਜਾਂਦੇ ਆ, ਕਿਤੇ ਕਾਂਗਰਸ ਦੇ ਹੋਰ ਲੀਡਰ ਕਰੀ ਜਾਂਦੇ ਵੀ ਦੇਖਿਓ ਜੀ ਇਹ ਸਮਝੌਤੇ ਆ ਕਰ ਦਿਆਂਗੇ। ਕਦੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਜੀ ਵੀ ਨਹੀਂ ਹੁਣ ਲੱਭਦੇ, ਉਹ ਵੀ ਕਹਿੰਦੇ ਸੀ ਵੀ ਇਹ ਸਮਝੌਤੇ ਕੈਂਸਲ ਕਰਨੇ ਆ। ਤੇ ਹੁਣ ਪੈਸਾ ਪਹੁੰਚ ਗਿਆ ਸੋਨੀਆ ਗਾਂਧੀ ਜੀ ਦੇ ਉੱਥੇ ਪਰਸ ਦੇ ਵਿੱਚ, ਰਾਹੁਲ ਗਾਂਧੀ ਦੇ ਕੋਲ, ਤੇ ਹੁਣ ਟਵੀਟ ਕੌਣ ਕਰੂਗਾ? ਹੁਣ ਇੱਕ ਤੇ ਕੱਲ੍ਹ ਭਗਵੰਤ ਮਾਨ ਜੀ ਬੇਨਤੀ ਕਰਦੇ ਸੀ ਵੀ ਸਿੱਧੂ ਸਾਹਿਬ ਨੂੰ ਟਵੀਟ ਕਰਨ ਦੇ। ਭਗਵੰਤ ਮਾਨ ਜੀ ਤੁਸੀਂ ਵੀ ਟਵੀਟ ਕਰੋ ਕੇਜਰੀਵਾਲ ਨੂੰ ਕਿ ਆਹ ਜਿਹੜਾ ਤੁਹਾਨੂੰ ਗਲਤ ਦੱਸਿਆ ਗਿਆ ਸੀ ਇਹ ਬੰਦ ਕਿਉਂ ਕੀਤੇ ਜਾ ਰਹੇ ਸੀ ਥਰਮਲ ਪਲਾਂਟ, ਇਹ ਵੀ ਦੱਸੋ। ਤਲਵੰਡੀ ਸਾਬੋ ਦੇ ਜਿਹੜੇ ਹੈਗੇ ਪਹਿਲੇ 2 ਯੂਨਿਟ ਤਾਂ ਪਰਮਾਨੈਂਟ ਪੱਕੀ ਬੰਦ ਆ, ਕਾਫੀ ਚਿਰ ਤੋਂ ਚੱਲ ਰਹੀ ਪ੍ਰਾਈਵੇਟ ਥਰਮਲ ਪਲਾਂਟ ਆ, ਤੀਜਾ ਯੂਨਿਟ ਵੀ ਬੰਦ ਹੋਇਆ ਹੋਇਆ, ਪਰੰਤੂ ਅਦਾਇਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਆ, ਲੋਕਾਂ ਨੂੰ ਜਿਹੜੀ ਬਿਜਲੀ ਦੇਣੀ ਸੀ ਉਹ ਨਹੀਂ ਦਿੱਤੀ ਜਾ ਰਹੀ। ਬ੍ਰੇਕਡਾਊਨ ਇੱਕ ਅਲੱਗ ਚੀਜ਼ ਹੁੰਦੀ, ਉਹ ਤਾਂ ਚਾਲੂ ਹੋ ਗਿਆ ਉਹਨਾਂ ਦਾ ਪਲਾਂਟ, ਕਿਉਂਕਿ ਲੀਕੇਜ ਹੋ ਜਾਣੀ ਕਿਸੇ ਵੀ ਮਸ਼ੀਨਰੀ ਦੀ, ਇਹ ਤਾਂ ਨਾਰਮਲ ਪ੍ਰੋਸੀਜਰ ਹੈ। ਰਿਪੇਅਰ ਵਾਸਤੇ ਕੋਈ ਪਲਾਂਟ ਬੰਦ ਹੁੰਦਾ ਉਹ ਨਾਰਮਲ ਗੱਲ ਹੈਗੀ, ਕੁਛ ਦੇਰ ਵਾਸਤੇ ਰੂਟੀਨ ਦੀ ਰਿਪੇਅਰ ਵੀ ਹੁੰਦੀ ਹੈ, ਐਮਰਜੈਂਸੀ ਵੀ ਪੈ ਸਕਦੀ ਹੈ। ਪਰ ਇਹ ਜਿਹੜੇ ਕਹਿ ਰਹੇ ਸੀ ਇਹ ਸਮਝੌਤਿਆਂ ਦੇ ਉੱਤੇ ਕੁਐਸਚਨ ਖੜੇ ਕਰ ਰਹੇ ਸੀ, ਲੋਕਾਂ ਨੂੰ ਸਮਝੌਤਿਆਂ ਦੇ ਉੱਤੇ ਕੁਐਸਚਨ ਖੜੇ ਕਰਦੇ ਰਹੇ, ਆਪ ਪੈਸੇ ਲਈ ਗਏ। ਤੇ ਕੇਸ ਜਿਹੜੇ ਇਹਨਾਂ ਕੰਪਨੀਆਂ ਨੇ ਕੀਤੇ ਸੀ ਵਾਧੂ ਚਾਰਜਸ ਲੈਣ ਵਾਸਤੇ, ਉਹ ਮਿਲੀ ਭੁਗਤ ਨਾਲ ਹਾਰ ਕੇ 2500 ਕਰੋੜ ਰੁਪਈਆ ਕੰਪਨੀਆਂ ਨੂੰ ਹੋਰ ਦੇਤਾ।
ਇਸ ਕਰਕੇ ਅਸੀਂ ਕੱਲ CBI ਦੀ ਇਨਕੁਆਇਰੀ ਦੀ ਮੰਗ ਕੀਤੀ ਹੈ। ਸਾਨੂੰ ਉਮੀਦ ਹੈ ਗਵਰਨਰ ਸਾਹਿਬ ਨੂੰ ਅਸੀਂ ਦੇ ਕੇ ਆਏ ਸੀ 2020 ਦੇ ਵਿੱਚ ਲਿਖ ਕੇ, ਪਰ ਹੁਣ ਤਾਂ ਸਬੂਤ ਆ ਗਏ ਪੈਸੇ ਲੈਣ ਦੇ, ਇਸ ਕਰਕੇ ਸਾਨੂੰ ਉਮੀਦ ਹੈ ਵੀ ਇਹਦਾ ਕੋਈ ਨਾ ਕੋਈ ਹੱਲ ਨਿਕਲੇ। ਕੇਂਦਰੀ ਮੰਤਰੀ ਦਾ ਜਿਹੜਾ ਊਰਜਾ ਮੰਤਰੀ ਦਾ ਬਿਆਨ ਆਇਆ ਕਿ ਸਾਡੇ ਕੋਲ ਬਿਜਲੀ ਸਰਪਲਸ ਆ। ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਡੇ ਸੰਪਰਕ ਨਹੀਂ ਕੀਤਾ, ਇੱਕ ਜਿਹੜਾ ਬਿਜਲੀ ਦਾ ਜਿਹੜਾ ਲੈਣ ਦੇਣ ਦਾ ਸਿਸਟਮ ਹੁੰਦਾ ਉਹ ਅਪਗ੍ਰੇਡ ਨਹੀਂ ਕੀਤਾ ਇਹਨਾਂ ਨੇ ਜਿਹੜਾ ਅੱਜ ਤੱਕ, ਇਸ ਕਰਕੇ ਚਾਹ ਕੇ ਵੀ ਬਿਜਲੀ ਜਿਹੜੀ ਨਾ ਉਹ ਲੈ ਸਕਦੇ ਆ, ਅਸੀਂ ਦੇ ਸਕਦੇ ਆ। ਨਹੀਂ, ਤੁਸੀਂ ਕੀ ਸਮਝਦੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਵਿਹਲੇ ਬੈਠੇ? ਉੱਥੇ ਫਾਰਮ ਤੇ ਕਿੰਨੇ ਕੰਮ ਹੁੰਦੇ ਆ, ਉੱਥੇ ਚੀਕੂ ਲੱਗੇ, ਸੀਤਾਫਲ ਲੱਗੇ, ਹੋਰ ਕਿੰਨਾ ਕੁਛ ਆ। ਤੁਸੀਂ ਹੁਣ ਬਿਲਕੁਲ ਹੀ ਨਾ ਮੁੱਖ ਮੰਤਰੀ ਸਾਹਿਬ 'ਤੇ ਅਟੈਕ ਕਰੀ ਜਾਓ। ਇਸ ਕਰਕੇ ਕਿੰਨੇ ਜ਼ਰੂਰੀ ਕੰਮ ਆ ਜਿਹੜੇ ਉਹ ਸਾਰਾ ਦਿਨ ਕਰਦੇ ਆ। ਸਰ, ਇੱਕ BJP ਦੇ ਲੀਡਰਾਂ ਦੇ ਨਾਲ ਜੁੜਿਆ ਸਵਾਲ ਆ। BJP ਲੀਡਰਾਂ ਦਾ ਇੱਕ ਬਿਆਨ ਆਇਆ ਕਿ ਕਿਸਾਨਾਂ ਦੇ ਭੇਜ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਦੁਸ਼ਮਣੀਆਂ ਕੱਢ ਰਹੀਆਂ ਸਾਡੇ ਨਾਲ, BJP ਵਾਲਿਆਂ ਨਾਲ। ਚਲੋ ਉਹਨਾਂ ਦਾ ਬਿਆਨ ਹੈ, ਜੋ ਉਹਨਾਂ ਦਾ ਬਿਆਨ ਹੈ। ਜ਼ਰੂਰੀ ਨਹੀਂ ਹੁੰਦਾ ਕਿ ਹਰ ਪ੍ਰੈਸ ਕਾਨਫਰੰਸ ਦੇ ਵਿੱਚ ਕੋਈ ਇਸ਼ੂ ਸਾਰੇ ਉਹਨਾਂ ਦਾ ਬਿਆਨ ਹੈ, ਤੁਸੀਂ ਉਹਨਾਂ ਦਾ ਬਿਆਨ ਲਾਓ। ਤੇ ਇੱਕ ਰਵਨੀਤ ਬਿੱਟੀ ਦੀ ਸੁਰੱਖਿਆ ਜਿਹੜੀ ਵਧਾਈ ਗਈ ਆ, ਉਹਨਾਂ KLF ਦੇ ਵੱਲੋਂ ਜਿਹੜਾ ਹੈਗਾ ਜਾਨ ਨੂੰ ਖਤਰਾ, ਉਹਨਾਂ ਨੇ ਇਹਨੂੰ ਕਿਵੇਂ ਦੇਖਦੇ ਜੀ ਤੁਸੀਂ? ਚਲੋ ਸੁਰੱਖਿਆ ਜਿਹੜੀ ਹੈ ਪ੍ਰੋਫੈਸ਼ਨਲ ਇਸ਼ੂ ਹੁੰਦਾ ਹੈ, ਪੋਲੀਟੀਕਲ ਇਸ਼ੂ ਨਹੀਂ ਹੁੰਦਾ। ਇਹ ਏਜੰਸੀਆਂ ਦਾ ਕੰਮ ਹੈ ਕਿ ਉਹਨਾਂ ਨੂੰ ਹਰ ਬੰਦੇ ਦੀ ਇਕੱਲੀ ਰਵਨੀਤ ਬਿੱਟੂ ਦੀ ਨਹੀਂ, ਕਦੀ ਵੀ ਚਾਹੇ ਕੋਈ ਆਪੋਜੀਸ਼ਨ ਦਾ ਲੀਡਰ ਹੋਵੇ ਚਾਹੇ ਰੂਲਿੰਗ ਪਾਰਟੀ ਦਾ ਹੋਵੇ, ਸਰਕਾਰਾਂ ਨੂੰ ਕਿਸੇ ਦੀ ਵੀ ਸੁਰੱਖਿਆ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਜੋ ਮੈਰਿਟ ਦੇ ਉੱਤੇ ਕਿਸੇ ਦੀ ਸੁਰੱਖਿਆ ਬਣਦੀ ਹੈ ਉਹਨੂੰ ਮਿਲਣੀ ਚਾਹੀਦੀ। ਜਿੱਥੇ ਰਾਜਨੀਤੀ ਹੁੰਦੀ ਹੈ ਉਹ ਗਲਤ ਹੈ। ਇਸ ਕਰਕੇ ਕਿਸੇ ਨੂੰ ਮੈਰਿਟ ਦੇ ਉੱਤੇ ਮਿਲਦੀ ਹੈ, ਜੇ ਉਹਨਾਂ ਕੋਲ ਕੋਈ ਏਜੰਸੀਆਂ ਦਾ ਹੈਗਾ, ਨਹੀਂ ਤੇ ਕੋਈ ਪੋਲੀਟੀਕਲ ਕਮੈਂਟ ਕਰਨਾ ਪੈਂਦਾ ਨਹੀਂ। ਕਿਸਾਨਾਂ ਨੇ ਐਲਾਨ ਕੀਤਾ ਜੀ ਉੱਤੇ ਸਿਆਸਤ ਖੇਲੀ ਜਾ ਰਹੀ ਹੈ ਕਿਉਂਕਿ ਚੋਣਾਂ ਨੇੜੇ ਆ, ਬਿਜਲੀ ਨੂੰ ਮੁੱਦਾ ਬਣਾਇਆ। ਸਿਆਸਤ ਨਹੀਂ, ਕਰਪਸ਼ਨ ਹੋ ਰਹੀ ਹੈ ਬਹੁਤ ਵੱਡੀ ਕਰਪਸ਼ਨ। ਸਿਆਸਤ ਤੇ ਪਹਿਲਾਂ ਲੱਗ ਰਿਹਾ ਸੀ ਕਿ ਸਿਆਸਤ ਹੈ, ਪਰ ਹੁਣ ਜਦੋਂ ਖਾਤਿਆਂ 'ਚ ਪੈਸੇ ਜਿਹੜੇ ਆ ਸਬੂਤ ਮਿਲ ਗਏ, ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਹੋਰ ਇੰਪ੍ਰੈਸ਼ਨ ਦੇ ਰਹੇ ਹੋ, ਗਲਤ ਬਿਆਨਬਾਜ਼ੀ ਕਰ ਰਹੇ ਹੋ, ਕੰਪਨੀਆਂ ਨਾਲ ਜਿਹੜਾ ਡਰਾ ਧਮਕਾ ਕੇ ਉਹਨਾਂ ਤੋਂ ਆਪਣੇ ਖਾਤਿਆਂ ਦੇ ਵਿੱਚ ਪੈਸੇ ਲੈ ਰਹੇ ਹੋ, ਤੇ ਜਨਤਾ ਦਾ ਜਿਹੜੀ ਹੈਗੀ ਹੈ ਤੁਸੀਂ ਉਹਨਾਂ ਦਾ ਧਿਆਨ ਹੋਰ ਪਾਸੇ ਲੱਗ ਰੱਖਿਆ। ਇੱਕ ਜਿਹੜਾ ਕਿਸਾਨਾਂ ਨੇ ਕਿਹਾ ਕਿ ਸੰਸਦ ਦੇ ਬਗਲ 'ਚ ਆਪਣਾ ਸੰਸਦ ਚਲਾਉਣਗੇ, ਜਿਹੜੇ ਹੈਗੇ MP ਬਣਨਗੇ ਕਿਸਾਨ ਜਿਹੜੇ ਹੈਗੇ ਉੱਥੇ ਆਪਣੀ ਸੰਸਦ ਲਾਉਣਗੇ, ਕਿਵੇਂ ਦੇਖਦੇ ਇਸ ਬਿਆਨ ਨੂੰ? ਨਹੀਂ, ਅਸੀਂ ਤੇ ਅੱਗੇ ਵੀ ਸਾਡੇ ਤਾਂ ਅਸੀਂ ਤਾਂ ਦੇਖੋ ਸੰਸਦ ਦੇ ਵਿੱਚ ਸਭ ਤੋਂ ਵੱਡਾ ਕੰਮ ਜੇ ਹੁਣ ਤੱਕ ਦੇਸ਼ 'ਚ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਜੇ ਪਿਛਲੀ ਵਾਰੀ ਅਸਤੀਫਾ ਦਿੱਤਾ ਕੈਬਨਿਟ 'ਚ, ਦੇਸ਼ ਦੇ ਇਤਿਹਾਸ ਦੇ ਵਿੱਚ ਕਿੰਨੇ ਕੈਬਨਿਟ ਮਿਨਿਸਟਰ ਹੈ ਜਿਨ੍ਹਾਂ ਨੇ ਕਿਸੇ ਵੱਡੇ ਇਸ਼ੂ 'ਤੇ ਅਸਤੀਫਾ ਦਿੱਤਾ? ਬੀਬਾ ਹਰਸਿਮਰਤ ਕੌਰ ਜੀ ਬਾਦਲ ਨੇ ਦਿੱਤਾ। ਜੇ ਖਿਲਾਫ ਉੱਥੇ ਬੋਲ ਕੇ ਅਸੀਂ ਵੋਟ ਪਾਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਪਾਈ, ਉਦੋਂ ਕਾਂਗਰਸ ਵਾਲੇ ਵੀ ਭੱਜ ਗਏ ਸੀ, ਭਗਵੰਤ ਮਾਨ ਨੇ ਵੀ ਬੋਲ ਕੇ ਭੱਜ ਗਏ ਸੀ। ਇਸ ਕਰਕੇ ਅਸੀਂ ਤਾਂ ਆਲਰੇਡੀ ਕਮਿਟਡ ਆ ਉਸ ਕਾਜ ਵਾਸਤੇ। ਪਹਿਲਾਂ ਵੀ ਚਾਹੇ ਰਾਜ ਸਭਾ ਸੀ ਚਾਹੇ ਲੋਕ ਸਭਾ ਸੀ, ਪੂਰੀ ਜੋ ਸਾਡੇ ਫਰਜ਼ ਬਣਦੇ ਸੀ ਉਹ ਪਹਿਲਾਂ ਵੀ ਅਸੀਂ ਨਿਭਾਏ ਆ, ਆਉਣ ਵਾਲੇ ਸਮੇਂ 'ਚ ਵੀ ਅਸੀਂ ਆਪਣੇ। ਸਾਹਿਬ, ਇੱਕ ਬੇਰੋਜ਼ਗਾਰ ਜਿਹੜੇ ਨੌਜਵਾਨਾਂ ਨੇ ਇੱਕ ਜਿਹੜਾ ਸਵਾਲ ਚੁੱਕਿਆ ਕਿ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਰਾਖਵਾ ਕਰਨਾ ਸਟੇਟ ਦੇ ਜਿਹੜੇ ਹੈਗੇ ਨੌਜਵਾਨਾਂ ਦੇ ਲਈ, ਪੰਜਾਬ ਦੇ ਵਿੱਚ ਵੀ ਨੌਜਵਾਨਾਂ ਦੇ ਲਈ ਜਿਹੜਾ ਹੈਗਾ ਰਾਖਵਾ ਕਰਨਾ ਹੋਣਾ ਚਾਹੀਦਾ ਨੌਕਰੀਆਂ ਦੇ ਲਈ। ਜਿਹੜੀਆਂ ਇੰਡਸਟਰੀਆਂ ਲੱਗਦੀਆਂ ਬਾਹਰਲੇ ਸੂਬਿਆਂ ਤੋਂ ਪੰਜਾਬ ਦੀ ਧਰਤੀ ਵਰਤਦੀਆਂ, ਪੰਜਾਬ ਦਾ ਪਾਣੀ ਵਰਤਦੀਆਂ, ਨੌਕਰੀਆਂ ਜਿਹੜੀਆਂ ਬਾਹਰ ਵਾਲੇ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ, ਜਿਹੜੇ ਬਾਹਰ ਵਾਲੇ ਹੁੰਦੇ, ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਘੁੰਮਦੇ। ਤਾਂ ਇਸ ਵਾਰੀ ਇਹ ਜਿਹਾ ਜਿਹੜਾ ਇਸ ਨੂੰ ਲੈ ਕੇ ਸਿਆਸੀ ਜਿਹੜਾ ਪਾਰਟੀਆਂ ਲਿਆਉਣਗੀਆਂ ਕੋਈ ਮੁੱਦਾ ਨਵਾਂ। ਦੇਖੋ, ਲੋਕਾਂ ਨੂੰ ਗੁੰਮਰਾਹ ਕਦੀ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਕੀਤਾ। ਦੇਸ਼ ਦਾ ਇੱਕ ਕਨਸਟੀਟਿਊਸ਼ਨ ਹੈ, ਉਹਦੇ ਮੁਤਾਬਕ ਹੀ ਸਾਰੀ ਰਿਜ਼ਰਵੇਸ਼ਨ ਦੀ ਪਾਲਿਸੀ। ਉਸ ਤੋਂ ਬਾਅਦ ਜਾ ਕੇ ਜੇ ਕੋਈ ਐਲਾਨ ਕਰਦਾ ਪੋਸੀਬਲ ਨਹੀਂ ਹੁੰਦਾ। ਅੱਗੇ ਕੁਝ ਪਾਰਟੀਆਂ ਨੇ ਕੀਤਾ, ਬਾਅਦ 'ਚ ਉਹਨਾਂ ਦੇ ਪ੍ਰਵਾਨ ਨਹੀਂ ਹੋਏ। ਹੁਣ ਤਾਂ ਇਹ ਹੈ ਨਾ ਕਿ ਹੁਣ ਝੂਠ ਬੋਲਣਾ ਜਿਹੜਾ ਹਰ ਇੱਕ ਨੇ ਆਪਣਾ ਅਸੂਲ ਬਣਾ ਲਿਆ ਕਿ ਇਲੈਕਸ਼ਨ ਜਿੱਤਣ ਵਾਸਤੇ ਕੁਝ ਵੀ ਕਹਿ ਦਿਓ, ਪਰ ਜਿਹੜੀ ਚੀਜ਼ਾਂ ਸੰਵਿਧਾਨ ਦੇ ਵਿੱਚ ਸੰਭਵ ਨਹੀਂ ਹੈ ਉਹ ਕੋਈ ਪਾਰਟੀ ਕਹਿੰਦੀ ਹੈ ਤਾਂ ਕਰ ਨਹੀਂ ਪਾਏਗੀ। ਇਸ ਕਰਕੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ, ਜਿਹੜੀ ਚੀਜ਼ ਕਰ ਸਕਦੇ ਹੋ ਤੁਸੀਂ ਉਹੀ ਤੁਹਾਨੂੰ ਕਹਿਣੀ ਚਾਹੀਦੀ, ਜਿਹੜੀ ਚੀਜ਼ ਕਰ ਨਹੀਂ ਸਕਦੇ ਉਹ ਕਹਿਣ ਦਾ ਫਾਇਦਾ ਕੋਈ ਨਹੀਂ। ਜਿਵੇਂ ਸਾਹਿਬ ਵੀ ਚੋਣਾਂ 'ਚ ਕਿਹੜੇ ਮੁੱਖ ਮੁੱਦੇ ਰਹਿਣਗੇ ਜਿਹੜੇ ਹੈਗੇ ਲੋਕਾਂ ਦੇ ਨਾਲ ਜੁੜੇ ਬੁਨਿਆਦੀ ਸਹੂਲਤਾਂ? ਦੇਖੋ, ਸਭ ਤੋਂ ਵੱਡਾ ਤਾਂ ਮੁੱਦਾ ਹੈ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਪਿਛਲੀ ਵਾਰੀ ਦੋ ਪਾਰਟੀਆਂ ਨੇ ਕਸਮਾਂ ਖਾ ਕੇ ਬਹੁਤ ਵਾਅਦੇ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਸੀ। ਕੈਪਟਨ ਸਾਹਿਬ ਨੇ 90,000 ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ, ਘਰ ਘਰ ਨੌਕਰੀ ਦੇਣ ਦੀ, 4 ਹਫ਼ਤਿਆਂ 'ਚ ਨਸ਼ੇ ਖਤਮ ਕਰਨ ਦੀ ਤੇ ਹੋਰ ਬੜੇ ਵੱਡੇ ਵਾਅਦੇ ਕੀਤੇ ਸੀ। ਗਰੀਬ ਵਰਗ ਵਾਸਤੇ ਬੜੇ ਵੱਡੇ ਆਟੇ ਦਾਲ ਦੇ ਨਾਲ ਘਿਓ ਚੀਨੀ ਕਈ ਕੁਝ ਦੇਣ ਦੇ ਵਾਅਦੇ ਕੀਤੇ ਸੀ, ਪਰ ਇਸ ਵੇਲੇ ਇੱਕ ਵੀ ਵਾਅਦਾ ਨਹੀਂ ਪੂਰਾ ਹੋਇਆ। ਸਗੋਂ ਜਿਹੜੇ ਦਲਿਤ ਬੱਚੇ ਆ ਉਹ ਵਿਚਾਰੇ, ਉਹਨਾਂ ਦੀ ਐਜੂਕੇਸ਼ਨ ਵੀ ਸਫਰ ਕਰ ਰਹੀ ਆ, ਉਹਨਾਂ ਦੇ ਵਜ਼ੀਫਿਆਂ ਦੇ ਵੀ ਬਹੁਤ ਵੱਡੇ ਸਕੈਂਡਲ ਜਿਹੜੇ ਆ SC BC ਬੱਚਿਆਂ ਦੇ ਉਹ ਵੀ ਹੋ ਗਏ। ਇਸ ਕਰਕੇ ਸਾਰਾ ਜਿਹੜਾ ਮੈਨੀਫੈਸਟੋ ਹੈ ਇਹਨਾਂ ਨੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ। ਇਹੀ ਕੁਝ ਕੇਜਰੀਵਾਲ ਨੇ ਕੀਤਾ। ਉਹਨੇ ਸਾਫ਼ ਸੁਥਰਾ ਜਿਹੜਾ ਪ੍ਰਬੰਧ ਦੇਣ ਦੀ ਗੱਲ ਕਹੀ ਸੀ
ਨਸ਼ਿਆਂ ਵਾਲੇ ਇਸ਼ੂ ਦੇ ਉੱਤੇ ਤੇ ਉਹ ਲਿਖਤੀ ਤੌਰ ਤੇ ਮਾਫੀ ਮੰਗਿਆ ਅਦਾਲਤ 'ਚ ਆ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਕੋਲ ਕਿ ਮੈਂ ਝੂਠ ਬੋਲਿਆ। ਤੇ ਦੂਜੇ ਜਿੰਨੇ ਵੀ ਇਸ਼ੂ ਸੀ ਕਰਪਸ਼ਨ ਖਤਮ ਕਰਨ ਦੀ ਗੱਲ ਕਰਦੇ ਸੀ, ਉਹਦੇ ਆਪਣੇ ਐਮਐਲਏ ਵੇਖ ਕੇ ਕਾਂਗਰਸ 'ਚ ਚਲੇ ਗਏ। ਜਿਹੜੀ ਪਾਰਟੀ ਆਪਣੇ ਐਮਐਲਏ ਨਹੀਂ ਸੰਭਾਲ ਸਕੀ, ਇਸ ਕਰਕੇ ਵੱਡਾ ਕੁਐਸਚਨ ਮਾਰਕ ਉੱਤੇ ਲੱਗ ਗਿਆ ਕਿ ਉਹਨਾਂ ਨੂੰ ਆਪੋਜੀਸ਼ਨ ਦੀ ਡਿਊਟੀ ਮਿਲੀ ਸੀ ਪਹਿਰਾ ਦੇਣ ਦੀ ਸਰਕਾਰ 'ਤੇ, ਉਹ ਸਰਕਾਰ ਦੀ ਝੋਲੀ 'ਚ ਪੈ ਗਏ। ਇਸ ਤੋਂ ਵੱਡੀ ਗਦਾਰੀ ਸੂਬੇ ਨਾਲ ਕੀ ਹੋ ਸਕਦੀ? ਸਿਰਫ ਉਹਨਾਂ ਨੇ ਕਿ ਸਾਡੀ ਗੱਡੀ ਨਾ ਜਾਵੇ, ਸਾਡਾ ਲੀਡਰ ਆਫ ਦੀ ਆਪੋਜੀਸ਼ਨ ਦਾ ਰੁਤਬਾ ਨਾ ਜਾਵੇ, ਆਪਣੇ ਐਮਐਲਏ ਨੂੰ ਖੁੱਲ੍ਹੀ ਜਿਹੜੀ ਹੈ ਛੋਟ ਦੇ ਦਿੱਤੀ ਕਿ ਜੋ ਫਾਇਦਾ ਲੈਣਾ ਕਾਂਗਰਸ ਦੇ ਵਿੱਚ ਜਾ ਕੇ ਲੈ ਲਓ, ਲੇਕਿਨ ਜਿਹੜਾ ਹੈਗਾ ਸਾਡਾ ਲੀਡਰ ਆਫ ਦੀ ਆਪੋਜੀਸ਼ਨ ਦਾ ਰੁਤਬਾ ਕਾਇਮ ਰਹੇ, ਸਾਡੀਆਂ ਸਿਕਿਉਰਟੀਆਂ ਕਾਇਮ ਰਹਿਣ, ਸਾਡੀਆਂ ਕੋਠੀਆਂ ਕਾਇਮ ਰਹਿਣ। ਉਦੋਂ ਬੜੀਆਂ ਆਮ ਆਦਮੀ ਵਾਲੀਆਂ ਗੱਲਾਂ ਕਰਦੇ ਸੀ। ਹੁਣ ਸਾਰਾ ਕੁਝ ਸਿਕਿਉਰਟੀ ਤੇ ਪੈਸਿਆਂ ਪਿੱਛੇ ਤੇ ਕੋਠੀਆਂ ਪਿੱਛੇ ਵਿਕ ਗਏ। ਇਸ ਕਰਕੇ ਇਹੀ ਮੇਨ ਮੁੱਦੇ ਰਹਿਣਗੇ। ਕਰਪਸ਼ਨ ਬਹੁਤ ਵੱਡਾ ਇਸ਼ੂ ਹੈ। ਦੋਨਾਂ ਨੇ ਰਲ ਕੇ ਲੁੱਟਿਆ ਪੰਜਾਬ ਨੂੰ। ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਲੱਗੀਆਂ, ਕਰਫਿਊ ਦੇ ਵਿੱਚ 2 ਨੰਬਰ ਦੀ ਸ਼ਰਾਬ ਹੋਈ, ਬੀਜਾਂ ਦਾ ਕਿੱਡਾ ਵੱਡਾ ਸਕੈਂਡਲ ਹੋਇਆ, ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, 5600 ਕਰੋੜ ਦਾ ਰੈਵਨਿਊ ਲਾਸ ਹੋਇਆ ਲਾਕਡਾਊਨ ਦੇ ਵਿੱਚ। ਬੜੇ ਵੱਡੇ ਮੁੱਦੇ ਆ। ਪਾਵਰ ਸਰਪਲਸ ਤੋਂ ਪਾਵਰ ਕ੍ਰਾਈਸਿਸ ਤੱਕ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ। ਬਿਜਲੀ ਸੰਕਟ ਭਾਰੂ ਹੈ। ਰੋਪੜ ਦੇ ਥਰਮਲ ਪਲਾਂਟ ਦੇ ਪਹਿਲੇ 2 ਯੂਨਿਟ ਜਿਹੜੇ ਸਰਕਾਰ ਨੇ ਇਹ ਕਹਿ ਕੇ ਬੰਦ ਕੀਤੇ ਸੀਗੇ ਵੀ ਇਹਨਾਂ ਨੂੰ ਆਧੁਨਿਕ ਜਿਹੜੇ ਯੂਨਿਟ ਆ ਉਹ ਬਣਾਉਣਾ ਹੈਗਾ। ਆਧੁਨਿਕ ਯੂਨਿਟ ਦਾ ਕੀ ਬਣਾਉਣਾ ਸੀ? 4.5 ਸਾਲ ਦੇ ਵਿੱਚ ਤੀਜਾ ਜਿਹੜਾ ਯੂਨਿਟ ਆ ਉਹ ਵੀ ਇਹਨਾਂ ਦਾ ਬੰਦ ਹੋ ਖਰਾਬ ਹੋ ਰਿਹਾ, ਉਹ ਬਾਰ-ਬਾਰ ਉਹ ਬੰਦ ਹੋ ਰਿਹਾ ਯੂਨਿਟ ਉਹ ਵੀ। ਤੇ ਗੱਲ ਹੈਗੀ ਜਿਹੜੀ ਤੁਹਾਡੇ ਦੇ ਉੱਤੇ ਛੱਡਦੇ ਨੇ ਅਕਾਲੀ ਦਲ ਦੇ ਉੱਤੇ ਆ ਕੇ ਮੁੜ ਕੇ ਵੀ ਅਕਾਲੀ ਦਲ ਦੇ ਜਿਹੜੇ ਸਮਝੌਤੇ ਉਸ ਸਮੇਂ ਠੀਕ ਨਹੀਂ ਕੀਤੇ ਗਏ। ਦੇਖੋ ਗੱਲ ਇਹ ਹੈ ਕਿ ਸਮਝੌਤਿਆਂ ਵਾਲਾ ਤੇ ਹੁਣ ਸਾਰਾ ਪਰਦਾ ਖੁੱਲ੍ਹ ਗਿਆ ਕਿ ਸਮਝੌਤਿਆਂ ਦੇ ਖਿਲਾਫ ਬਿਆਨ ਕਿਉਂ ਦਿੱਤੇ ਜਾ ਰਹੇ ਸੀ ਵੀ ਕੰਪਨੀਆਂ ਤੋਂ ਪੈਸੇ ਲੁੱਟਣੇ ਸੀ, ਬਲੈਕਮੇਲ ਕਰਦੇ ਰਹੇ ਕੰਪਨੀ। ਹੁਣ ਅਸੀਂ ਸਬੂਤਾਂ ਸਹਿਤ ਦੱਸ ਦਿੱਤਾ ਕਿ ਕਾਂਗਰਸ ਦੇ ਜਿਹੜਾ ਪਾਰਟੀ ਫੰਡ ਹੈ ਉਹਦੇ 'ਚ ਜਿਹੜਾ ਵਾਈਟ ਮਨੀ ਗਿਆ ਉਹ 16 ਕਰੋੜ 35 ਲੱਖ ਦਾ ਤਾਂ ਸਾਡੇ ਕੋਲ ਸਬੂਤ ਆ ਗਿਆ। ਜਿਹੜਾ ਕੋਈ ਉੱਦਾਂ ਗਿਆ ਉਹ ਹੁਣ ਇਹ ਦੱਸਣ, ਇੰਨੀ ਇਮਾਨਦਾਰੀ ਇਹਨਾਂ 'ਚ ਹੈ ਨਹੀਂ, ਇਹਨਾਂ ਦੱਸਣਾ ਨਹੀਂ। ਇਸ ਕਰਕੇ ਸਮਝੌਤਿਆਂ ਦੀ ਬਿਆਨਬਾਜ਼ੀ ਤਾਂ ਖੁੱਲ੍ਹ ਕੇ ਸਾਹਮਣੇ ਆ ਗਈ। ਤੇ ਦੂਜੀ ਹੈਗੀ ਕਿ ਇਹਦੀ ਨਾ ਅਹਿਲੀਅਤ। ਇਹ ਥਰਮਲ ਪਲਾਂਟਾਂ ਦੇ ਕੁਐਸਚਨ ਚੁੱਕਦੇ ਸੀ। ਹੁਣ ਸਾਰੇ ਥਰਮਲ ਪਲਾਂਟ ਚੱਲ ਕੇ ਵੀ ਬਿਜਲੀ ਪੂਰੀ ਨਹੀਂ ਸੀ ਹੁੰਦੀ, ਉਹ ਇਹਨਾਂ ਦੀ ਮਿਸਮੈਨੇਜਮੈਂਟ ਹੈ ਟੋਟਲ। ਤੇ ਸਾਡੇ ਜਿਹੜੇ ਰੋਪੜ ਵਾਲਾ ਥਰਮਲ ਪਲਾਂਟ ਹੈ ਇਹਦੇ ਪਿੱਛੇ ਤਾਂ ਦੋਨੇ ਸਰਕਾਰਾਂ ਪੈ ਗਈਆਂ। ਇਹਦੇ ਪਿੱਛੇ ਪੰਜਾਬ ਸਰਕਾਰ ਵੀ ਪੈ ਗਈ ਇਹਨੂੰ ਬੰਦ ਕਰਨ ਵਾਲੇ ਪਾਸੇ। ਬਠਿੰਡੇ ਦੇ ਪਹਿਲਾਂ ਬੰਦ ਕਰ ਦਿੱਤਾ, ਜਿਹੜਾ ਵਿੱਤ ਮੰਤਰੀ ਕਹਿੰਦਾ ਸੀ ਕਿ ਬਠਿੰਡੇ ਦੀਆਂ ਚਿਮਨੀਆਂ ਤੋਂ ਧੂੰਆਂ ਨਿਕਲੇਗਾ। ਤੇ ਹੁਣ 4 ਥਰਮਲ ਪਲਾਂਟਾਂ ਦੇ ਖਿਲਾਫ ਤਾਂ ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਰਿਟ ਕਰ ਦਿੱਤੀ ਸੀ, ਉਹਦੀ ਕਾਪੀ ਮੈਂ ਹੁਣੇ ਦਿਖਾ ਕੇ ਹਟਿਆ। ਉਹਦੇ ਸਾਡਾ ਰੋਪੜ ਵਾਲਾ ਵੀ ਸੀ ਵੀ ਇਹ ਬੰਦ ਕਰਾਉਣਾ ਚਾਹੁੰਦਾ ਕੇਜਰੀਵਾਲ ਹੀ। ਮੈਂ ਤਾਂ ਇੱਥੇ ਦੇ ਨੁਮਾਇੰਦਿਆਂ ਨੂੰ ਵੀ ਇਸੇ ਕਰਕੇ ਪੁੱਛਿਆ ਨਾ ਵੀ ਦੱਸੋ ਤੁਹਾਡਾ ਸਟੈਂਡ ਕੀ ਹੈ। ਇਹ ਕਹੀ ਜਾਂਦੇ ਸੀ ਉਹਨੇ ਅਪਗ੍ਰੇਡ ਕਰਨ ਵਾਸਤੇ ਕਿਹਾ, ਅਪਗ੍ਰੇਡ ਕਰਨ ਵਾਸਤੇ ਨਹੀਂ ਕਿਹਾ, ਉਹਨੇ ਬੰਦ ਕਰਾਉਣ ਵਾਸਤੇ ਕਿਹਾ। ਅਸੀਂ ਪੜ੍ਹ ਵੀ ਦਿੱਤੀ ਵਿੱਚੋਂ ਜਿਹੜੀ ਹੈਗੀ। ਇਸ ਕਰਕੇ ਤਾਂ ਹੁਣ ਲੋਕੀ ਹਿਸਾਬ ਲਾਉਣਗੇ ਵੀ ਇਹ ਕੀ ਇਹਨਾਂ ਲੋਕਾਂ ਨਾਲ ਕਿਵੇਂ ਨਜਿੱਠਣਾ, ਜਿਹੜੇ ਇੰਨਾ ਝੂਠ ਮਾਰ ਕੇ ਰੋਜ਼ ਰਾਜਨੀਤੀ ਦੇ ਵਿੱਚ ਵਿਚਰਦੇ ਆ, ਇਹਨਾਂ ਨੂੰ ਜਵਾਬ ਕੀ ਦੇਣਾ। ਚੀਮਾ ਸਾਹਿਬ, ਚੋਣਾਂ ਨੂੰ ਕਾਫੀ ਸਮਾਂ ਪਿਆ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਚੋਣ ਪ੍ਰਚਾਰ ਲਗਭਗ ਹੁਣ ਤੋਂ ਸ਼ੁਰੂ ਹੋ ਗਿਆ, ਕਾਫੀ ਚਰਚਾ ਦੇ ਵਿੱਚ ਆ। ਤੇ ਇੱਕ ਚਮਕੌਰ ਸਾਹਿਬ ਹਲਕੇ 'ਚ ਪਰਚਾ ਵੀ ਦਰਜ ਹੋਇਆ ਚੋਣ ਪ੍ਰਚਾਰ ਕਰ ਰਹੇ ਇੱਕ ਟੈਂਪੂ ਦੇ ਉੱਤੇ। ਦੇਖੋ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਹੀ ਬਹੁਤ ਹੈ। ਸਾਡਾ ਐਮਐਲਏ ਹੁਣ ਤੋਂ ਲੱਗੇਗਾ ਤੇ ਤਾਂ ਹੀ 6 ਮਹੀਨੇ 'ਚ ਦੱਸ ਪਾਏਗਾ ਵੀ ਇੰਨਾ ਕੁਛ ਮੈਂ ਕੀਤਾ। ਇਸ ਕਰਕੇ ਹੁਣ ਪ੍ਰਾਪਤੀਆਂ ਬਹੁਤ ਇਹਨਾਂ ਦੀਆਂ, ਤਾਂ ਹੀ ਤਾਂ ਕਿਹਾ ਨਾ ਵੀ ਅਸੀਂ ਪੁੱਛਦੇ ਹਾਂ ਵੀ ਸਾਨੂੰ ਇੱਕ ਦੀ ਦੱਸ ਦਿਓ ਆ ਕਿੰਨੀ ਵੱਡੀ ਪ੍ਰਾਪਤੀ ਹੈ ਵੀ ਥਰਮਲ ਪਲਾਂਟ ਬੰਦ ਕਰਨ ਦੀ ਸਾਜ਼ਿਸ਼ ਨੰਗੀ ਹੋ ਗਈ। ਤੇ ਇਹ ਹੁਣ ਤੋਂ ਭੱਜਣਾ ਪਊਗਾ ਲੋਕਾਂ ਨੂੰ ਦੱਸਣ ਵਾਸਤੇ, ਝੂਠ ਬੋਲਣ ਵਾਸਤੇ ਵੀ ਨਹੀਂ ਅਕਾਲੀਆਂ ਨੇ ਕੀਤੀ, ਫਲਾਣੇ ਨੇ ਕੀਤੀ, ਫਲਾਣੇ ਨੇ ਕੀਤੀ। ਹੁਣ ਪਿਛਲੇ 4.5 ਸਾਲ ਐਮਐਲਏ ਗਦਾਰੀ ਕਰ ਗਿਆ ਲੋਕਾਂ ਨਾਲ, ਪਾਰਟੀ ਨਾਲ ਵੀ ਕਰ ਗਿਆ। ਤੇ ਇਹ ਹੁਣ ਤੋਂ ਭੱਜਣਗੇ ਲੋਕਾਂ ਨੂੰ ਤਾਂ ਹੀ ਦੱਸਣਗੇ ਨਾ ਵੀ ਉੱਥੇ ਖੱਡ ਦੇ ਕੁੱਟ ਪਈ ਸੀ ਤੇ ਫਿਰ ਟਰਾਂਸਪੇਰੈਂਸੀ ਕਿੱਥੇ ਗਈ ਤੇ ਇਮਾਨਦਾਰੀ ਕਿੱਥੇ ਗਈ। ਇਸ ਕਰਕੇ ਬੜਾ ਘੱਟ ਟਾਈਮ ਉਹਨਾਂ ਕੋਲੇ, ਕਿਉਂਕਿ ਬਹੁਤ ਕੁਛ ਆ ਦੱਸਣ ਨੂੰ, ਲੋਕਾਂ ਨੂੰ ਦੱਸਣਾ ਪੈਣਾ। ਇਸ ਕਰਕੇ ਜਾਣ ਦਿਓ।